ਸੈਸ਼ਨ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਮੈਂ ਪ੍ਰੀਤ ਖਿੰਡਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਨੇ ਮੰਜ਼ਿਲਾਂ ਤੇ ਪਹੁੰਚਦੇ ਨੇ ਸਿਰਫ ਉਹੀ ਕਾਫਲੇ, ਮੰਜ਼ਿਲਾਂ ਤੇ ਪਹੁੰਚਦੇ ਨੇ ਸਿਰਫ ਉਹੀ ਕਾਫਲੇ, ਮੁੜ ਕੇ ਨਹੀਂ ਜੋ ਦੇਖਦੇ, ਮਿਣਦੇ ਨਹੀਂ ਜੋ ਫਾਸਲੇ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਐਸੀ ਹੀ ਇੱਕ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਕਦੀ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਮਿਹਨਤ ਦੇ ਨਾਲ ਗਰੇਵਾਲ ਫਾਰਮਸ ਦੇ ਨਾਮ ਨੂੰ ਚਮਕਾਇਆ। ਤੇ ਅੱਜ ਕੱਲ ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਖੇਤੀ ਘਾਟੇ ਦਾ ਸੌਦਾ ਹੈ, ਪਰ ਪਰਮਾਤਮਾ ਦੀ ਇਹਨਾਂ ਤੇ ਬਹੁਤ ਰਹਿਮਤ ਹੈ। ਇਹਨਾਂ ਦੀ ਮਿਹਨਤ ਨੂੰ ਭਰਪੂਰ ਫਲ ਲੱਗ ਰਿਹਾ ਹੈ। ਤੇ ਅੱਜ ਆਸਟ੍ਰੇਲੀਆ ਦੇ ਵਿੱਚ ਗਰੇਵਾਲ ਪ੍ਰੋਡਕਟਸ ਜਿਹੜੇ ਨੇ ਉਹ ਬਹੁਤ ਪਪੂਲਰ ਨੇ। ਤੇ ਆਓ ਆਪਾਂ ਸਵਾਗਤ ਕਰਦੇ ਹਾਂ ਕਮਲਜੀਤ ਸਿੰਘ ਗਰੇਵਾਲ ਦਾ। ਤੇ ਹਾਂਜੀ ਭਾਈ ਸਾਹਿਬ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੌਕਾ ਜੋ ਸਿੰਘ ਸਟੇਸ਼ਨ ਤੇ ਸਾਨੂੰ ਦੇਣ ਲਈ, ਤੇ ਨਾਲ ਹੀ ਨਾਲ ਸਾਰੇ ਸਿੰਘ ਸਟੇਸ਼ਨ ਚੈਨਲ ਵਾਲੇ ਜਿਹੜੇ ਸਰੋਤੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਨਾਲ ਦੀ ਨਾਲ ਮੈਂ ਬਹੁਤ ਧੰਨਵਾਦ ਕਰਦਾ ਭੈਣ ਗੁਰਵਿੰਦਰ ਕੌਰ ਤੇ ਭਾਜੀ ਗੁਰਵਿੰਦਰ ਸਿੰਘ ਦੇ, ਜਿਹੜੇ ਬੜੇ ਲੰਮੇ ਸਮੇਂ ਤੋਂ ਇਹ ਮੈਲਬੌਰਨ ਤੋਂ ਜੋ ਇਸ ਚੈਨਲ ਰਾਹੀਂ ਸਾਡੀ ਪੰਜਾਬੀ ਜਿਹੜੀ ਕਮਿਊਨਿਟੀ ਆ ਉਹਦੀ ਸਾਰੀ ਸਾਂਝ ਇੱਕ ਦੂਜੇ ਨਾਲ ਬਣਾ ਰਹੇ ਆ। ਸੋ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸੋ, ਕਿਉਂਕਿ ਸਾਰਿਆਂ ਨੂੰ ਪਤਾ ਕਿ ਤੁਹਾਡਾ ਸਾਰਾ ਪਰਿਵਾਰ ਜਿਹੜਾ ਉਹ ਇਸੇ ਖਿੱਤੇ ਦੇ ਨਾਲ ਜੁੜਿਆ ਹੈ। ਤੇ ਤੁਸੀਂ ਆਸਟ੍ਰੇਲੀਆ ਕਦੋਂ ਮੂਵ ਹੋਏ? ਹਾਂਜੀ ਭੈਣ ਜੀ, ਇਹ ਬੜੀ ਹੁਣ ਤਾਂ ਕਹਿ ਲਓ ਵੀ ਕਈ ਸਾਲਾਂ ਪੁਰਾਣੀ ਸਟੋਰੀ ਹੋ ਗਈ, ਹਿਸਟਰੀ ਹੋ ਗਈ। 1988 ਤੋਂ ਸਾਡਾ ਪਰਿਵਾਰ ਆ ਉਹ ਜਿਹੜਾ ਪ੍ਰਵਾਸ ਕਰਨਾ ਸ਼ੁਰੂ ਕੀਤਾ। ਤੇ ਪਹਿਲਾਂ ਅਸੀਂ 4 ਭਰਾ ਪਰਿਵਾਰ ਦੇ ਵਿੱਚ, ਤੇ ਸਾਡੇ ਫਾਦਰ ਮਦਰ ਪਿੰਡ ਸਾਡਾ ਮਨਸੂਰਾਂ, ਜ਼ਿਲ੍ਹਾ ਲੁਧਿਆਣੇ ਦੇ ਬਿਲਕੁਲ ਆਊਟਸਕਰਟ ਤੇ ਸਾਡਾ ਪਿੰਡ ਹੈ। ਤੇ 1988 ਤੋਂ ਇਹ ਜਿਹੜਾ ਸਫ਼ਰ ਸ਼ੁਰੂ ਹੋਇਆ। ਸਾਡੇ ਮੇਰੇ ਤੋਂ ਵੱਡੇ ਭਰਾ ਸਾਡੇ ਮਨਜਿੰਦਰ ਸਿੰਘ ਨਿਊਜ਼ੀਲੈਂਡ ਆਏ, ਫਿਰ ਸਾਡੇ ਸਭ ਤੋਂ ਵੱਡੇ ਭਰਾਤਾ ਆਗਿਆਕਾਰ ਸਿੰਘ ਉਹ ਆਏ, ਫਿਰ ਮੈਂ ਇਸੇ ਤਰ੍ਹਾਂ ਬਾਰੀ ਅਸੀਂ ਹੌਲੀ 1988 ਤੋਂ ਇਹ ਸਫ਼ਰ ਜਿਹੜਾ ਸ਼ੁਰੂ ਕੀਤਾ। ਪਰ ਜਿਹੜੀ ਆਸਟ੍ਰੇਲੀਆ ਦੀ ਆਉਣ ਦੀ ਸਾਡੀ ਜਿਹੜੀ ਵਿਧੀ ਬਣੀ, ਕੋਈ ਨਾ ਕੋਈ ਸਮੇਂ ਮੁਤਾਬਕ ਬਣਦਾ, ਕੋਈ ਐਸਾ ਹੈ ਨਹੀਂ ਸੀ ਖਿਆਲ ਕਿ ਅਸੀਂ ਜਾ ਕੇ ਖੇਤੀ ਕਰਾਂਗੇ। ਪਰ ਫਿਰ ਵੀ ਜਿੱਥੇ ਤੁਹਾਡੇ ਹੱਥਾਂ 'ਚ ਕਿਰਤ ਲਿਖੀ ਹੁੰਦੀ ਹੈ, ਜਿੱਥੇ ਦਾਣਾ ਪਾਣੀ ਤੁਹਾਡਾ ਲਿਖਿਆ ਹੁੰਦਾ, ਉੱਥੇ ਤੁਸੀਂ ਮਸਟ ਵੀ ਪਹੁੰਚ ਹੀ ਜਾਣਾ ਹੁੰਦਾ। ਤੇ ਸਾਡੇ ਮਾਮਾ ਜੀ ਇੱਥੇ 1974-75 ਤੋਂ ਸਾਊਥ ਆਸਟ੍ਰੇਲੀਆ ਦੀ ਰੈਨਮਾਰਕ ਆ ਜਿਹੜਾ ਏਰੀਆ ਰਿਵਰਲੈਂਡ ਦੇ ਵਿੱਚ, ਉੱਥੇ ਖੇਤੀ ਕਰਦੇ ਸੀ ਪਿਆਰਾ ਸਿੰਘ ਅਟਵਾਲ। ਤੇ ਉਹਨਾਂ ਨੇ ਸਾਨੂੰ ਹਰ ਟਾਈਮ ਕਹੀ ਜਾਣਾ ਵੀ ਤੁਸੀਂ ਮਿਹਨਤ ਕਰਨ ਵਾਲੇ ਬੰਦੇ ਹੋ, ਤੁਸੀਂ ਸ਼ਹਿਰ 'ਚ ਬੈਠੇ ਕੀ ਕਰਦੇ ਹੋ, ਤੁਸੀਂ ਇੱਥੇ ਆ ਜਾਓ। ਤੇ ਇਸ ਤਰ੍ਹਾਂ ਕਰਦੇ 2000 ਤੋਂ ਫਿਰ ਅਸੀਂ ਜੀ ਜਿਹੜਾ ਸਾਊਥ ਆਸਟ੍ਰੇਲੀਆ ਦਾ ਛੋਟਾ ਜਿਹਾ ਪਿੰਡ ਰੈਨਮਾਰਕ, ਤੇ ਉੱਥੇ ਅਸੀਂ ਫਿਰ ਮੂਵ ਕੀਤਾ ਖੇਤੀ ਦੇ ਸਿਲਸਿਲੇ ਦੇ ਵਿੱਚ। ਤੇ ਉਦੋਂ ਤੋਂ ਹੁਣ ਦੇਖ ਲਓ 2000 ਤੋਂ ਤਕਰੀਬਨ 20 ਸਾਲ ਹੋ ਗਏ। ਤੇ ਫਿਰ ਅਸੀਂ ਇਸੇ ਧੰਦੇ ਨਾਲ ਜੁੜੇ ਹਾਂ। ਅੱਗੇ ਤੋਂ ਅੱਗੇ 1-2 ਵਾਰੀ ਸਾਨੂੰ ਜਿਹੜੇ ਆਪਣੇ ਆਪਰੇਸ਼ਨ ਆ ਉਹ ਰੈਨਮਾਰਕ ਤੋਂ ਮਲਡੂਰੇ ਤੋਂ ਮੈਲਬੌਰਨ ਟੂ ਮਲਡੂਰਾ, ਉਹ ਜਿਹੜਾ ਚੱਲਦਾ ਰਹਿੰਦਾ ਡਿਵੈਲਪਮੈਂਟ ਦਾ ਸਿਲਸਿਲਾ। ਤੇ ਇਸੇ ਤਰ੍ਹਾਂ ਜੀ ਸਾਨੂੰ ਹੁਣ ਕਹਿ ਲਓ ਵੀ 20-25 ਸਾਲ ਇਸ ਜਿਹੜੇ ਕਿੱਤੇ ਨਾਲ ਜੁੜਿਆਂ ਨੂੰ ਹੋ ਗਏ ਆ। ਤੇ ਅੱਜ ਕੱਲ੍ਹ ਅਸੀਂ ਜਿਹੜਾ ਮੇਨ ਬੇਸ ਹੈ ਉਹ ਮਲਡੂਰੇ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਕਲਾ ਲਰੇਨ ਕਰਕੇ ਜਾਣਿਆ ਜਾਂਦਾ, ਉੱਥੇ ਜਿਹੜਾ ਸਾਡਾ ਮੇਨ ਮਿਲਿੰਗ ਦਾ ਹੋਰ ਫਾਰਮਿੰਗ ਦਾ ਪ੍ਰੋਸੈਸ ਹੈ ਜੀ ਸਾਰਾ। ਓਕੇ। ਤੇ ਜਦੋਂ ਤੁਸੀਂ ਇੱਥੇ ਮੂਵ ਹੋਏ ਤੇ ਜਿਹੜਾ ਗਰੇਵਾਲ ਫਾਰਮਸ ਦਾ ਆਈਡੀਆ ਜਾਂ ਉਹਨੂੰ ਖੇਤੀਬਾੜੀ ਅਪਣਾਉਣ ਦੇ ਪਿੱਛੇ ਕਿਹੜੀ ਭਾਵਨਾ ਸੀ, ਕਿ ਕੀ ਸੋਚ ਕੇ ਤੁਸੀਂ ਇਹ ਜਿਹੜਾ ਕਿੱਤਾ ਚੂਜ਼ ਕੀਤਾ? ਇਹ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ, ਉੱਥੇ ਪੰਜਾਬ ਤੋਂ ਆਪਦੀ ਪੜ੍ਹਾਈ ਲਿਖਾਈ ਖਤਮ ਕਰਨ ਤੋਂ ਬਾਅਦ ਜਾਂ ਪੜ੍ਹਦੇ ਸਮੇਂ ਸਾਡੇ ਫਾਦਰ ਖੇਤੀ ਦੇ ਪਿੰਡ ਖੇਤੀ ਕਰਦੇ ਸੀ ਤੇ ਸਾਤੋਂ ਕਰਵਾਉਂਦੇ ਸੀ। ਬੜੀ ਜਿਹੜੀ ਸਖਤ ਮਿਹਨਤ ਉਹਨਾਂ ਨੇ ਕੀਤੀ ਤੇ ਸਾਤੋਂ ਕਰਵਾਈ। ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਉਹ ਬਹੁਤ ਕੰਮ ਕਰਵਾਉਂਦੇ ਸੀ। ਜਦੋਂ ਮੈਂ ਇੰਜੀਨੀਅਰਿੰਗ ਕੀਤੀ ਪਿੱਛੋਂ, ਜਦੋਂ ਮੈਂ ਪੜ੍ਹਿਆ ਤਾਂ ਮੈਂ ਸੋਚਦਾ ਵੀ ਮੈਂ ਕਦੇ ਖੇਤੀ ਨਹੀਂ ਕਰਨੀ, ਰੀਅਲੀ ਹਾਰਡ ਵਰਕ ਆ। ਤੇ
ਫਿਰ ਉਹ ਸਿਲਸਿਲਾ ਐਸਾ ਬਣਿਆ, ਜਦੋਂ ਇੱਥੇ ਆਏ, ਆ ਕੇ ਦੇਖਿਆ ਕਿ ਕਿਤੇ ਨਾ ਕਿਤੇ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ, ਕਿਸੇ ਪੇਸ਼ੇ ਚਲੇ ਜਾਈਏ, ਪਰ ਜੋ ਉਹ ਕਹਿ ਲਓ ਪਿਤਾ ਪੁਰਖੀ ਸਾਡਾ ਕਿੱਤਾ, ਜਾਂ ਉਹ ਜਿਹੜੀ ਸਾਡੀ ਖੇਤੀ ਨਾਲ ਸਾਂਝ, ਸਾਡਾ ਉਹ ਜਿਹੜਾ ਖਿੱਤਾ, ਜਿਸ ਖਿੱਤੇ ਤੋਂ ਅਸੀਂ ਆਏ ਹਾਂ, ਚਾਹੇ ਅਸੀਂ ਖੇਤੀ ਕੀਤੀ ਚਾਹੇ ਨਹੀਂ ਕੀਤੀ, ਜਾਂ ਕਹਿੰਦੇ ਹੁੰਦੇ ਆ ਜਿਵੇਂ ਕਰਦਿਆਂ ਨੂੰ ਦੇਖਿਆ, ਜਾਂ ਉਹ ਸਾਡੀ ਇੱਕ ਜਿਹੜੀ ਖੂਨ ਦੇ ਵਿੱਚ ਰਚੀ ਹੋਈ ਜਿਹੜੀ ਚੀਜ਼ ਆ, ਉਹ ਕਿਤੇ ਨਾ ਕਿਤੇ ਸਾਨੂੰ ਫਿਰ ਹੰਬਲਾ ਮਾਰਦੀ ਆ ਅੰਦਰੋਂ, ਵੀ ਇਹ ਉੱਥੇ ਜਾ ਕੇ ਸਕੂਨ ਮਿਲਦਾ। ਤੇ ਜਦੋਂ ਇੱਥੇ ਆਏ ਅਸੀਂ 2000 ਦੇ ਵਿੱਚ, ਮੈਂ ਸਾਡੇ ਮਾਮਾ ਜੀ ਨੂੰ ਮਿਲਣ ਆਇਆ, ਤਾਂ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਆ ਕੇ। ਫਿਰ ਮੈਂ ਵਾਪਸ ਇੱਥੋਂ ਨਿਊਜ਼ੀਲੈਂਡ ਨਹੀਂ ਗਿਆ, 14-15 ਸਾਲ ਮੈਂ ਵਾਪਸ ਹੀ ਨਹੀਂ ਗਿਆ। ਫਿਰ ਸਾਰੇ ਬਾਕੀ 1 ਬਾਏ 1 ਕਰਕੇ, ਇੱਕ ਇੱਕ ਕਰਕੇ ਸਾਰੇ ਇੱਥੇ ਮੂਵ ਹੋ ਗਏ। ਤੇ ਉਸ ਤੋਂ ਬਾਅਦ ਫਿਰ ਇਹ ਖੇਤੀ ਦਾ ਸਿਲਸਿਲਾ ਜਿਹੜਾ ਜਾਰੀ ਹੈ। ਉੱਥੇ ਆਉਣ ਦਾ ਕਾਰਨ ਇਹੀ ਸੀਗਾ ਵੀ ਜਿਹੜਾ ਇੱਕ ਲਾਈਫ ਸਟਾਈਲ ਹੈ ਜੀ, ਖੇਤੀ ਇੱਕ ਅੱਜ ਕੱਲ੍ਹ ਬਿਜ਼ਨਸ ਵੀ ਬਣ ਗਿਆ, ਪਰ ਫਿਰ ਵੀ ਇਹ ਇੱਕ ਬਿਜ਼ਨਸ ਨਾਲੋਂ ਲਾਈਫ ਸਟਾਈਲ ਜ਼ਿਆਦਾ, ਤੁਹਾਨੂੰ ਤੁਹਾਡਾ ਪੈਸ਼ਨ ਹੈ ਜਿਹੜਾ ਕਿਤੇ ਨਾ ਕਿਤੇ ਉਹ ਫਿਰ ਅੰਦਰੋਂ ਉੱਠਦਾ, ਜਿਹੜਾ ਤੁਹਾਨੂੰ ਉਹ ਕੰਮ ਕਰਨ ਲਈ ਫਿਰ ਤੁਹਾਨੂੰ ਮੋਟੀਵੇਟ ਹੁੰਦਾ। ਇਸ ਤਰ੍ਹਾਂ ਹੀ ਹੌਲੀ ਹੌਲੀ ਫਿਰ ਇੱਥੇ ਦੁਬਾਰਾ ਖੇਤੀ ਜਿਹੜੀ ਸਟਾਰਟ ਕੀਤੀ। ਹਾਂਜੀ, ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਡਕਟਸ ਦੀ, ਜਿਵੇਂ ਗਰੇਵਾਲ ਆਟਾ, ਬੇਸਨ, ਮੱਕੀ ਦਾ ਆਟਾ ਹੋ ਗਿਆ, ਘਿਓ ਹੋ ਗਿਆ, ਇਹ ਸਾਰੀਆਂ ਚੀਜ਼ਾਂ ਤੇ ਨਾਰਮਲੀ ਬਾਜ਼ਾਰ 'ਚ ਹੈਗੀਆਂ। ਤੁਸੀਂ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਪ੍ਰੋਡਕਟਸ ਹੈਗੇ ਆ ਜਿਨ੍ਹਾਂ ਦੀ ਕਾਸ਼ਤ ਕਰਦੇ ਆ ਜਾਂ ਉਗਾਉਂਦੇ ਆ? ਹਾਂਜੀ, ਇਸ ਤੋਂ ਇਲਾਵਾ ਜੀ ਜਿਹੜਾ ਜ਼ਿਆਦਾ ਸਾਡਾ ਜਿਹੜਾ ਇਹ ਇਲਾਕਾ ਜਿਹੜਾ ਮਲਡੂਰਾ ਵਾ, ਇਹ ਇੱਕ ਆਪਣਾ ਮਿਡਲ ਦੇ ਵਿੱਚ ਉਹਦੇ ਜਿਹੜਾ ਥੋੜਾ ਹੌਟ ਏਰੀਆ ਕਹਿ ਲਓ, ਜਿਹੜਾ ਗਰਮ ਤੇ ਕਣਕ ਤੋਂ ਇਲਾਵਾ ਇੱਥੇ ਜਿਹੜੀਆਂ ਆਪਣੇ ਬਾਗਾਂ ਦੀ ਕਹਿ ਲਓ, ਜਿਹੜੇ ਖੇਤੀ ਆ ਉਹਦੇ ਵਿੱਚ ਸੰਤਰਾ, ਵਾਈਨ ਗ੍ਰੇਪਸ ਨੇ, ਹੋਰ ਇਸ ਤਰ੍ਹਾਂ ਦੇ ਬਦਾਮਾਂ ਦੇ ਕਾਫੀ ਇਹ ਖੇਤੀ ਹੁੰਦੀ ਆ। ਪਰ ਉਹਦੇ ਵਿੱਚ ਜਿਹੜੀ ਅਸੀਂ ਖੇਤੀ ਕਰਦੇ ਹਾਂ ਜੀ, ਉਹਦੇ ਵਿੱਚ ਸਾਡੇ ਕੋਲੇ ਇਹਨਾਂ ਚੀਜ਼ਾਂ ਤੋਂ ਇਲਾਵਾ ਅਸੀਂ ਵਾਈਨ ਗ੍ਰੇਪ ਗਰੋ ਕਰਦੇ ਹਾਂ। ਤੇ ਉਸ ਤੋਂ ਬਿਨਾਂ ਜਿਹੜਾ ਮੈਲਬੌਰਨ ਦੇ ਵਿੱਚ ਸਾਡੇ ਵੱਡੇ ਭਰਾ ਜਿਹੜੇ ਆਗਿਆਕਾਰ ਸਿੰਘ ਆ, ਉਹ ਉੱਥੇ ਨਾਲ ਮੈਨੂੰ ਲੱਗਦਾ ਕਿ ਤੁਹਾਡਾ ਹਾਂਜੀ ਕਨੈਕਸ਼ਨ ਥੋੜਾ ਜਿਹਾ ਲੋ ਹੋ ਰਿਹਾ। ਹਾਂਜੀ ਹਾਂਜੀ ਹਾਂਜੀ, ਹੁਣ ਠੀਕ ਹੈ ਜੀ? ਹਾਂਜੀ ਹਾਂਜੀ ਬਿਲਕੁਲ ਸਹੀ ਹੈ। ਉਸ ਦੇ ਨਾਲ ਇਹਨਾਂ ਪ੍ਰੋਡਕਟਸ ਤੋਂ ਇਲਾਵਾ ਜੀ ਵਾਈਨ ਗ੍ਰੇਪਸ ਦੀ ਖੇਤੀ ਹੈ, ਤੇ ਕੁਝ ਬਲੈਕਬੇਰੀ, ਬਲੂਬੇਰੀ, ਉਹਨਾਂ ਦੀ ਜਿਹੜੀ ਅਸੀਂ ਖੇਤੀ ਕਰਦੇ ਹਾਂ ਨਾਲ। ਹਾਂਜੀ ਹਾਂਜੀ, ਹੁਣ ਆਪਾਂ ਕਹਿੰਦੇ ਕਿ ਜਿਸ ਤਰ੍ਹਾਂ ਗਰੇਵਾਲ ਆਟਾ ਜਿਹੜਾ ਉਹ ਪੂਰੇ ਆਸਟ੍ਰੇਲੀਆ 'ਚ ਫੇਮਸ ਆ, ਤੇ ਜਦੋਂ ਵੀ ਕੋਈ ਕਸਟਮਰ ਜਾਂ ਕਿਤੋਂ ਵੀ ਅਸੀਂ ਵੀ ਬਾਏ ਕਰਦੇ ਹਾਂ ਆਟਾ, ਤੇ ਸਾਡੇ ਮਾਈਂਡ 'ਚ ਇਹ ਵੀ ਹੁੰਦਾ ਕਿ ਮੇਡ ਇਨ ਆਸਟ੍ਰੇਲੀਆ ਵਾ। ਮੋਸਟਲੀ ਕਸਟਮਰ ਪਹਿਲਾਂ ਇਹ ਸੋਚ ਕੇ ਚੁੱਕਦਾ ਕਿ ਮੇਡ ਇਨ ਆਸਟ੍ਰੇਲੀਆ ਤੇ ਇਹਦੀ ਕੁਆਲਿਟੀ ਵਧੀਆ ਹੋਊਗੀ, ਇੱਕ ਟਰਸਟ ਵਾਲਾ ਬ੍ਰਾਂਡ ਆ। ਤੇ ਜਦੋਂ ਤੁਸੀਂ ਇਹਨੂੰ ਉਗਾਉਣ ਤੋਂ ਪ੍ਰੋਸੈਸਿੰਗ ਤੱਕ ਲੈ ਕੇ ਜਾਂਦੇ ਹੋ, ਤੇ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ? ਇੱਥੇ ਭੈਣ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਕਣਕ ਦੀ ਖੇਤੀ ਆ, ਉਹ ਜਿਹੜੀ ਆਪਣੇ ਪੁਰਾਣੇ ਸਮਿਆਂ ਦੇ ਬਰਾਨੀ, ਕਈ ਇਲਾਕੇ ਉਹਨੂੰ ਬਰਾਨੀ ਖੇਤੀ ਕਹਿ ਦਿੰਦੇ ਆ, ਕੋਈ ਮਾਰੂ ਖੇਤੀ ਕਹਿ ਦਿੰਦੇ ਆ, ਮਤਲਬ ਕਿ ਉਹ ਮੀਂਹਾਂ ਤੇ ਨਿਰਭਰ ਹੈ। ਤੇ ਜਿਹੜੀ ਤੇ ਉਹ ਇਰੀਗੇਟਡ ਨਹੀਂ ਹੈ, ਜਿਹੜੀ ਮੀਂਹ ਦੇ ਉੱਤੇ ਨਿਰਭਰ ਖੇਤੀ ਆ, ਉਹਦੇ ਲਈ ਜਿਹੜਾ ਵਿੱਚ ਮੈਨੂੰ ਵਰਤੋਂ ਆ, ਉਹ ਇੱਥੇ ਬਿਲਕੁਲ ਹੀ ਨਾ ਮਾਤਰ ਕੀਤੀ ਜਾਂਦੀ ਹੈ ਜੀ, ਉਹ ਕੀਤੀ ਨਹੀਂ ਜਾਂਦੀ। ਕਿਉਂਕਿ ਮਾਰੂ ਕਣਕਾਂ ਹੋਣ ਦੇ ਕਰਕੇ ਜਿਹੜਾ ਖਾਦ ਦਾ ਵਾ ਉਹ ਬਹੁਤ ਘੱਟ ਵਰਤਾਰਾ, ਤੇ ਜਿਹੜੀ ਯੀਲਡ ਆ ਉਹ ਬੜੀ ਘੱਟ ਲਈ ਜਾਂਦੀ ਆ। ਕਿਉਂਕਿ ਆਮ ਕਰਕੇ ਯੀਲਡ ਵਧਾਉਣ ਲਈ ਜਿਹੜੀਆਂ ਹੈਗੀਆਂ ਨੇ ਖਾਦਾਂ ਦੀ ਵਰਤੋਂ, ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਆ, ਤੇ ਉਹ ਮਿਨੀਮਮ ਯੀਲਡ ਕਰਨ ਲਈ ਅਸੀਂ ਜਿਹੜਾ ਹੈਗਾ। ਦੂਸਰਾ ਹੈ ਵੀ ਇੱਥੇ ਜਿਹੜਾ ਸਿਸਟਮ ਹੈ ਇੱਥੇ ਦਾ, ਉਸ ਨੂੰ ਜਿਹੜਾ ਸਾਰਾ ਰਿਕਾਰਡ ਆ, ਰਿਕਾਰਡ ਕੀਪਿੰਗ ਹੈ, ਜਿਹੜੀ ਕੈਮੀਕਲ ਨੇ ਕੁਛ ਹੋਰ ਆ, ਉਹ ਅਸੀਂ ਵਰਤ ਨਹੀਂ ਸਕਦੇ। ਕੁਛ ਸਰਟਨ ਕੈਮੀਕਲ ਜਿਹੜੇ ਬੜੇ ਮਾਈਲਡ ਨੇ, ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਹ ਕਹਿ ਲਓ ਵੀ ਨਾ ਮਾਤਰ ਵਰਤੋਂ ਹੈ ਇੱਥੇ ਕੈਮੀਕਲਾਂ ਦੀ। ਇੱਕ ਤਾਂ ਇਹ ਹੈ ਜੀ ਕਿ ਜਿਹੜੇ ਸਾਡੇ ਪ੍ਰੋਡਕਟ ਨੇ ਇੱਥੇ ਵਰਤੇ ਜਾਂਦੇ, ਉਹਨਾਂ ਦੇ ਵਿੱਚ
ਬਿਲਕੁਲ ਮਿਨੀਮਮ ਕੈਮੀਕਲਾਂ ਦੀ ਵਰਤੋਂ ਆ। ਤੇ ਉਸ ਤੋਂ ਇਲਾਵਾ ਜਦੋਂ ਉਹਨੂੰ ਪ੍ਰੋਸੈਸਿੰਗ 'ਚ ਲਿਆ ਜਾਂਦਾ ਤਾਂ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਸਾਡਾ ਜੋ ਹੈਸਪ ਦੇ ਜਿਹੜੇ ਨਿਯਮ ਨੇ SQ of 2000 ਆ, ਉਹ ਸਾਰੇ ਜਿਹੜੇ ਲਾਗੂ ਕੀਤੇ ਜਾਂਦੇ ਆ ਤਾਂ ਕਿ ਜਿਹੜਾ ਕੁਆਲਿਟੀ ਦਾ ਜਿਹੜਾ ਪੂਰਾ ਧਿਆਨ ਰੱਖਿਆ ਜਾਂਦਾ। ਹਾਂਜੀ, ਮੈਂ ਆਪਣੇ ਸਰੋਤਿਆਂ ਨੂੰ ਵੀ ਦੱਸਦਾ ਕਿ ਜੇ ਤੁਹਾਡਾ ਵੀ ਕੋਈ ਵੀ ਕੁਐਸਚਨ ਹੈਗਾ ਕਿ ਜਿਹੜੇ ਗਰੇਵਾਲ ਪ੍ਰੋਡਕਟਸ ਲਈ, ਤੁਸੀਂ ਕੋਈ ਵੀ ਕੁਐਸਚਨ ਆਪਣਾ ਕਮੈਂਟ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ। ਥੈਂਕ ਯੂ ਜੀ। ਸਾਰੇ ਸਾਡੇ ਨਾਲ ਜੁੜੇ ਨੇ ਦੀਪ ਸਿੰਘ ਜੀ, ਉਹ ਕਹਿ ਰਹੇ ਨੇ ਕਿ ਗਰੇਵਾਲ ਆਟਾ ਨੰਬਰ 1। ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ। ਹਾਂਜੀ ਹਾਂਜੀ ਭਾਈ ਸਾਹਿਬ, ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜਾ ਹੈਗਾ ਗਲੂਟਨ ਫ੍ਰੀ ਆਟਾ। ਹਾਂਜੀ, ਤੇ ਉਹਦਾ ਆਈਡੀਆ ਦਿਮਾਗ 'ਚ ਕਿਸ ਤਰ੍ਹਾਂ ਆਇਆ? ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਆਪਾਂ ਪੰਜਾਬ 'ਚ ਹੁੰਦੇ ਸੀ, ਮੈਂ ਨਹੀਂ ਕਦੇ ਸੁਣਿਆ ਸੀ ਕਿ ਗਲੂਟਨ ਵੀ ਕੋਈ ਨਾਂ ਦੀ ਚੀਜ਼ ਆ। ਉਹ ਆਪਾਂ ਨੂੰ ਇੱਥੇ ਆਣ ਕੇ ਪਤਾ ਚੱਲਿਆ ਕਿ ਗਲੂਟਨ ਫ੍ਰੀ ਪ੍ਰੋਡਕਟਸ ਹੁੰਦੇ ਆ ਜਾਂ ਗਲੂਟਨ ਨਾਂ ਦੀ ਕੋਈ ਚੀਜ਼ ਹੈਗੀ ਆ ਨਾ। ਤਾਂ ਉਹ ਆਈਡੀਆ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਇਆ ਕਿ ਗਲੂਟਨ ਫ੍ਰੀ ਆਟਾ ਵੀ ਹੋਣਾ ਚਾਹੀਦਾ? ਇਹ ਭੈਣ ਜੀ ਟਾਈਮ ਟੂ ਟਾਈਮ ਸਾਨੂੰ ਜਿਹੜੀ ਇਨਕੁਆਇਰੀ ਆ ਪ੍ਰੋਡਕਟ ਦੀ, ਇਸ ਲਈ ਤਾਂ ਇਹ ਕਹਿ ਲਈਏ ਵੀ ਜੋ ਸਾਡੇ ਕਸਟਮਰ ਨੇ, ਜੋ ਸਾਡੇ ਭੈਣ ਭਰਾ, ਉਹੀ ਸਾਨੂੰ ਇਹ ਆਈਡੀਏ ਜਿਹੜੇ ਡਰਾਈਵ ਕਰਦੇ ਨੇ। ਸਾਨੂੰ ਬਾਰ-ਬਾਰ ਇਸ ਚੀਜ਼ ਦੀ ਜਿਹੜੀ ਇਨਕੁਆਇਰੀ ਆਉਂਦੀ ਸੀ ਕਿ ਗਲੂਟਨ ਫ੍ਰੀ ਜੋ ਸਿਸੀਲੀਅਕ ਡਿਜ਼ੀਜ਼ ਆ ਅੱਜ ਕੱਲ੍ਹ ਇਹ ਕਾਫੀ ਜਿਹੜੀ ਡਿਟੈਕਟ ਹੋ ਰਹੀ ਆ, ਕਿਉਂਕਿ ਪਹਿਲਾਂ ਕਦੇ ਜਾਂ ਤਾਂ ਇਹਦੀ ਡਿਟੈਕਸ਼ਨ ਹੈ ਨਹੀਂ ਸੀ ਜਾਂ ਕੀ ਪ੍ਰੋਬਲਮ ਸੀ ਉਹ ਤਾਂ ਨਹੀਂ ਪਤਾ, ਪਰ ਹੁਣ ਸੌਰੀ, ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆ ਰਹੀ। ਮੈਂ ਸਾਰਿਆਂ ਨੂੰ ਦੱਸਦਾ ਕਿ ਭਾਈ ਸਾਹਿਬ ਜਿਹੜੇ ਉਹ ਇੱਕ ਰੀਜਨਲ ਏਰੀਆ 'ਚ ਰਹਿੰਦੇ ਆ ਤਾਂ ਉੱਥੇ ਨੈਟਵਰਕ ਇੰਨਾ ਸਾਫ਼ ਨਹੀਂ ਹੈਗਾ, ਤੇ ਇਸ ਕਰਕੇ ਸਾਨੂੰ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ। ਆਵਾਜ਼ ਆ ਰਹੀ ਹੈ ਭੈਣ ਜੀ? ਹਾਂਜੀ ਹਾਂਜੀ ਭਾਈ ਸਾਹਿਬ, ਤੁਹਾਡੀ ਆਵਾਜ਼ ਅਸੀਂ ਸੁਣ ਰਹੇ ਹਾਂ। ਹਾਂਜੀ। ਤੇ ਉਹ ਜਿਹੜੇ ਗਲੂਟਨ ਜੋ ਡਿਮਾਂਡ ਆ ਰਹੀ ਹੈ ਨਾ ਜੀ, ਜੋ ਸਿਸੀਲਿਕ ਡਿਜ਼ੀਜ਼ ਆ, ਕਿ ਕਣਕ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਜਿਹੜਾ ਹੈਗਾ ਜੀ ਪ੍ਰੋਟੀਨ ਹੀ ਆ, ਉਹ ਜਿਹੜਾ ਗਲੂਟਨ ਆ, ਜਿਹੜਾ ਸਿਸੀਲਿਕ ਡਿਜ਼ੀਜ਼ ਨੂੰ ਇੰਟੋਲਰੈਂਸ ਆ, ਉਹਦੇ ਲਈ ਬਹੁਤ ਸਾਰੇ ਗ੍ਰੇਨ ਜਿਹੜੇ ਹੋਰ ਹੈਗੇ ਨੇ ਜਿਨ੍ਹਾਂ ਨੂੰ ਕਣਕ ਨਹੀਂ ਸੂਟੇਬਲ ਕਰਦੀ, ਤੇ ਉਹਦੇ ਲਈ ਉਹ ਜਿਹੜਾ ਗਲੂਟਨ ਫ੍ਰੀ ਆਟਾ ਵਿਦਆਊਟ ਕਣਕ ਆ, ਉਹ ਬਿਨਾਂ ਕਣਕ ਤੋਂ ਜਿਹੜਾ ਉਹਦੇ ਲਈ ਹੋਰ ਗ੍ਰੇਨ ਮਿਲਾ ਕੇ ਤੇ ਉਹ ਜਿਹੜਾ ਹੁਣ ਅਸੀਂ ਤਿਆਰ ਕੀਤਾ ਜੀ। ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਗ੍ਰੇਨ ਆ ਮਿਲਾ ਕੇ ਉਹਨੂੰ ਅਸੀਂ ਜਿਹੜਾ 100% ਉਹ ਗਲੂਟਨ ਫ੍ਰੀ ਆ, ਕਿ ਜਿਹੜੇ ਉਹ ਜਿਹੜੇ ਵਰਤ ਸਕਦੇ ਨੇ ਜਿਹੜੇ ਸਿਸੀਲਿਕ ਦੇ ਹੈਗੇ ਨੇ ਮਰੀਜ਼। ਹਾਂਜੀ ਭਾਈ ਸਾਹਿਬ, ਮੇਰਾ ਇੱਕ ਹੋਰ ਕੁਐਸਚਨ ਆ ਕਿ ਇਹ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਸਪੈਸ਼ਲੀ ਭੇਜਿਆ ਕਿ ਤੁਸੀਂ ਜ਼ਰੂਰ ਪੁੱਛਣਾ। ਤੇ ਅੱਜ ਕੱਲ੍ਹ ਜਿਸ ਤਰ੍ਹਾਂ ਆਪਾਂ ਬੈਕ ਟੂ ਬੇਸਿਕ ਜਾ ਰਹੇ ਹਾਂ, ਕਿ ਜਿਸ ਤਰ੍ਹਾਂ ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਜ਼ਿਆਦਾ ਬਾਜਰਾ ਸੀ, ਮੱਕੀ ਸੀ, ਰਾਗੀ ਸੀ, ਤੇ ਹੁਣ ਜਿਹੜਾ ਸਾਰਾ ਹੈਗਾ ਕਿ ਹੈਲਥ ਕੌਨਸ਼ੀਅਸ ਵਾਲਾ ਜ਼ਮਾਨਾ ਹੈ ਨਾ, ਕਿ ਸਾਰਿਆਂ ਨੂੰ ਹੁੰਦਾ ਕਿ ਸਾਡੀ ਜਿਹੜੀ ਹੈਗਾ ਕਿ ਵੇਟ ਵੀ ਕੰਟਰੋਲ 'ਚ ਰਵੇ ਜਾਂ ਕੁਝ। ਤੁਸੀਂ ਇਹੋ ਜਿਹਾ ਵੀ ਕੁਝ ਨਵਾਂ ਲੈ ਕੇ ਆ ਰਹੇ ਹੋ? ਜ਼ਰੂਰ ਭੈਣ ਜੀ। ਇਹ ਜਿਹੜੇ ਪੁਰਾਣੇ ਸਾਡੇ ਜਿਹੜੇ ਗ੍ਰੇਨ ਸੀ ਨਾ, ਜਦੋਂ ਪਹਿਲਾਂ ਬਜ਼ੁਰਗਾਂ ਤੋਂ ਵੀ ਸੁਣਦੇ ਸੀ, ਜਦੋਂ ਅਸੀਂ ਛੋਟੇ ਸੀ ਉਹ ਥੋੜਾ ਦੇਖਿਆ ਵੀ ਆ ਕਿ ਸਾਡੇ ਆਮ ਘਰਾਂ ਦੇ ਵਿੱਚ ਬਾਜਰੇ ਦੀ, ਜਵਾਰ ਦੀ ਜਿਹੜੀ ਰੋਟੀ ਆ ਉਹ ਬਣਦੀ ਸੀ। ਈਵਨ ਕਿ ਮੱਕੀ, ਅੱਜ ਕੱਲ੍ਹ ਮੱਕੀ ਦੀ ਵੀ ਵਰਤੋਂ ਘਟਦੀ ਜਾ ਰਹੀ ਆ ਕਿਉਂਕਿ ਬਹੁਤ ਸਾਰੇ ਲੋਕ ਮੱਕੀ ਖਾਣਾ ਪਸੰਦ ਨਹੀਂ ਕਰਦੇ। ਪਰ ਜਿਹੜੀ ਉਹਦੇ ਪਿੱਛੇ ਰੀਜ਼ਨ ਹੈ ਜੀ, ਜਿਹੜੀ ਸਟਾਰਚ ਨੇ, ਸ਼ੂਗਰਸ ਨੇ, ਉਹ ਜਿਹੜੀ ਹੈਗੀ ਆਪਣੇ ਕਣਕ ਦੇ ਕੰਪੈਰੀਜ਼ਨ ਦੇ ਵਿੱਚ ਉਹਦੇ ਵਿੱਚ ਜਿਹੜਾ ਫਾਈਬਰ ਹੈ, ਸਟਾਰਚ ਹੈ, ਉਹ ਸ਼ੂਗਰਸ ਉਹ ਬੜੇ ਘੱਟ ਨੇ। ਉਹਦੇ ਲਈ ਜਿਹੜਾ ਜਿਸ ਤਰ੍ਹਾਂ ਪੁਰਾਣੀ ਹੁਣ ਕੋਧਰੇ ਦੀ ਰੋਟੀ ਆਪਾਂ ਸੁਣਦੇ ਆ ਰਹੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜਿਹੜਾ ਕੋਧਰੇ ਦੀ ਰੋਟੀ ਉਹਨਾਂ ਨੇ ਖਾਧੀ, ਉਹ ਜਿਹੜਾ ਕੋਧਰੇ ਦਾ ਜਿਹੜਾ ਉਹ ਬਾਜਰੇ ਦੀਆਂ ਇਹ ਕਿਸਮਾਂ ਨੇ ਜੀ, ਬਾਜਰਾ ਜਵਾਰ ਦੀਆਂ ਕਿਸਮਾਂ ਨੇ, ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਸ਼ੂਗਰ ਲੈਵਲਸ ਨੇ, ਸਟਾਰਚ ਨੇ, ਉਹ ਬੜੇ ਕੰਟਰੋਲਡ ਨੇ, ਜਿਹਦੇ ਨਾਲ ਤੁਹਾਡਾ ਵੇਟ ਆ, ਕਿਉਂਕਿ ਜਦੋਂ ਸ਼ੂਗਰ ਇੱਕਦਮ ਅਸੀਂ ਵੱਧ ਲੈ ਲੈਂਦੇ ਹਾਂ, ਵੱਧ ਉਹ ਸ਼ੂਗਰ ਸਾਡੀ ਬਾਡੀ ਦੇ ਵਿੱਚ ਜਦੋਂ ਜਿਹੜੀ ਇੱਕਦਮ ਡਿਪੋਜ਼ਿਟ ਹੋ ਕੇ ਉਹ ਕਿਤੇ ਨਾ ਕਿਤੇ ਫੈਟ ਦੇ ਵਿੱਚ ਕਨਵਰਟ ਹੋ ਜਾਂਦੀ ਆ, ਉਹਦੇ ਕਰਕੇ ਸਾਡਾ ਜਿਹੜਾ ਭਾਰ ਆ ਵੱਧਦਾ। ਜਿਹੜੇ ਦੂਸਰੇ ਗ੍ਰੇਨ ਨੇ ਇਹਨਾਂ ਦੇ ਵਿੱਚ ਜਿਹੜੀ ਫਾਈਬਰਸ ਸਟਾਰਚ ਹੈ ਉਹਦੇ ਵਿੱਚ ਸ਼ੂਗਰ ਰਿਲੀਜ਼ ਹੁੰਦੀ, ਇਹ ਕਹਿ ਲਓ ਵੀ
ਜੇ ਕਣਕ ਦੇ ਆਟੇ ਵਿੱਚੋਂ ਸਾਰੀ ਟੋਟਲ ਸ਼ੂਗਰ 2 ਘੰਟੇ ਦੇ ਵਿੱਚ ਰਿਲੀਜ਼ ਹੁੰਦੀ ਹੈ, ਤਾਂ ਜਿਹੜੇ ਬਾਜਰੇ ਦੇ ਜਵਾਰ ਦੇ ਆਟੇ ਨੇ ਇਹਨਾਂ ਦੇ ਵਿੱਚੋਂ ਜਿਹੜੀ ਉਹ ਸ਼ੂਗਰ ਹੈ ਉਹ ਰਿਲੀਜ਼ ਹੁੰਦੀ 7-8 ਘੰਟੇ ਦਾ ਟਾਈਮ ਲੈਂਦੀ ਆ। ਤੇ ਜਿਹੜੀ ਸਾਡੀ ਬਾਡੀ ਆ ਉਹਨੇ ਸ਼ੂਗਰਸ ਨੂੰ ਨਾਲ ਦੀ ਨਾਲ ਜਿਹੜੀ ਉਹਨੂੰ ਲੋੜ ਆ ਉਹ ਕੰਜ਼ਿਊਮ ਕਰਦੀ ਹੈ, ਤੇ ਉਹ ਕਾਫੀ ਬੈਨੀਫੀਸ਼ੀਅਲ ਨੇ। ਤੁਹਾਡਾ ਬੜਾ ਵਧੀਆ ਸਵਾਲ ਆ ਜੀ ਇਹ, ਕਿ ਜਿਹੜਾ ਬੈਕ ਟੂ ਬੇਸਿਕ ਵਾਲਾ, ਇਹ ਸਾਨੂੰ ਆਪਦੀ ਸਿਹਤ ਤੰਦਰੁਸਤ ਰੱਖਣ ਲਈ ਤੇ ਆਪਦੇ ਆਪ ਨੂੰ ਮੇਨਟੇਨ ਰੱਖਣ ਲਈ ਜ਼ਰੂਰ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਫਿਊਚਰ ਦੇ ਵਿੱਚ ਇਹ ਵੱਧਦੀ ਜਾਣੀ ਹੈ, ਤੇ ਔਰ ਇਹ ਦੂਸਰੇ ਗ੍ਰੇਨ ਨਾਲੋਂ ਕਾਫੀ ਵਧੀਆ ਨੇ। ਹਾਂਜੀ, ਤੇ ਅਸੀਂ ਵੀ ਇਹਨਾਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਆਵਾਂਗੇ ਪ੍ਰੋਡਕਟ। ਹਾਂਜੀ ਭਾਈ ਸਾਹਿਬ, ਹੁਣ ਨਾਲ ਹੋ ਗਿਆ ਜਿਸ ਦਾ ਆਟਾ ਵੀ ਹੋ ਗਿਆ, ਰਾਈਸ ਵੀ ਹੋ ਗਏ, ਤੇ ਹੁਣ ਰਹਿ ਗਏ ਛੋਲੇ ਤੇ ਦਾਲਾਂ, ਜਿਹੜੇ ਪੁਰਾਣੇ ਆਪਾਂ ਸਟਿਲ ਇੱਥੋਂ ਵੀ ਆਪਾਂ ਬਾਹਰੋਂ ਮੰਗਾਉਂਦੇ ਆ ਨਾ, ਤੇ ਉਹਨਾਂ ਬਾਰੇ ਵੀ ਕੋਈ ਪਲਾਨ ਹੈ ਕਿ ਤੁਸੀਂ ਛੋਲੇ ਦਾਲਾਂ ਵੀ ਸਾਨੂੰ ਇੱਥੋਂ ਦੇ ਹੀ ਆਰਗੈਨਿਕ ਹੋਇਆ ਕਰੋਗੇ? ਉਹ ਹਜੇ ਨਹੀਂ ਭੈਣ ਜੀ, ਸਾਡਾ ਕੋਈ ਹਜੇ ਦਾਲਾਂ ਛੋਲਿਆਂ ਦਾ ਹਜੇ। ਵੈਸੇ ਅਸੀਂ ਦਾਲ ਬਣਾਉਂਦੇ ਆ, ਜਿਹੜਾ ਬੇਸਣ ਹੈ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਉਂਦੇ, ਉਹ ਜਿਹੜੇ ਸਾਡੇ ਦੇਸੀ ਕਾਲੇ ਛੋਲੇ, ਉਹਨਾਂ ਦਾ ਛਿਲਕਾ ਉਤਾਰ ਕੇ ਜੋ ਟ੍ਰੈਡੀਸ਼ਨਲੀ ਬੇਸਣ ਬਣਾਇਆ ਜਾਂਦਾ ਸੀਗਾ, ਉਹਦੇ ਲਈ ਅਸੀਂ ਦਾਲ ਬਣਾਉਂਦੇ ਆ ਤੇ ਬੇਸਣ ਬਣਾਉਂਦੇ ਆ। ਪਰ ਜਿਹੜੀਆਂ ਕਮਰਸ਼ਲੀ ਹਜੇ ਜਿਹੜੀਆਂ ਦਾਲਾਂ ਦੀ ਗਰੋਇੰਗ ਤੇ ਪੈਕਿੰਗ ਆ, ਉਹ ਅਜੇ ਡਾਊਨ ਦਾ ਟਰੈਕ ਤਾਂ ਹੌਲੀ ਹੌਲੀ ਹੋ ਸਕਦੀ ਹੈ, ਪਰ ਅਜੇ ਅਸੀਂ ਉਹਦੇ ਵਿੱਚ ਜਿਹੜੇ ਬਾਕੀ ਦੇ ਸਾਡੇ ਪ੍ਰੋਡਕਟ ਅਸੀਂ ਉਹਨਾਂ ਤੇ ਕਾਫੀ ਫੋਕਸ ਕਰ ਰਹੇ ਹਾਂ, ਜਿਹੜੇ ਨਵੇਂ ਆਉਣ ਵਾਲੇ ਨੇ, ਤੇ ਇਸ ਕਰਕੇ ਕਰਾਂਗੇ। ਪਰ ਹੌਲੀ ਹੌਲੀ ਟਾਈਮ ਲੱਗਦਾ ਜੀ, ਚੀਜ਼ਾਂ ਹਰੇਕ ਸਾਰੀਆਂ ਚੀਜ਼ਾਂ ਪ੍ਰੋਡਕਟ ਹੁੰਦੀਆਂ। ਹਾਂਜੀ ਹਾਂਜੀ ਹਾਂਜੀ। ਤੇ ਭਾਈ ਸਾਹਿਬ, ਪੰਜਾਬ 'ਚ ਆਪਾਂ ਅਕਸਰ ਹੀ ਸ਼ਬਦ ਵਰਤੇ ਹੀ ਕਿ ਖੇਤੀ ਕਰਮਾ ਸੇਤੀ, ਕਿ ਜਾਂ ਮਿੱਟੀ ਦੇ ਨਾਲ ਮਿੱਟੀ ਹੋਣਾ। ਉੱਥੋਂ ਦੀ ਜਿਹੜੀ ਖੇਤੀਬਾੜੀ ਆ, ਜੇ ਆਪਾਂ ਅੱਜ ਦੇ ਟਾਈਮ 'ਚ ਦੇਖੀਏ ਤਾਂ ਬੜਾ ਹਾਰਡ ਕੰਮ ਆ, ਕਿ ਮਸਾਂ ਹੀ ਸਾਰੇ ਖਰਚੇ ਪੂਰੇ ਹੁੰਦੇ ਆ ਤੇ ਬਚਦਾ ਵੀ ਓਨਾ ਕੀ ਹੈ। ਤੇ ਤੁਸੀਂ ਉੱਥੇ ਵੀ ਖੇਤੀਬਾੜੀ ਕੀਤੀ ਆ, ਇੱਥੇ ਵੀ ਕੀਤੀ ਆ, ਤੁਹਾਨੂੰ ਕੀ ਡਿਫਰੈਂਸ ਲੱਗਾ ਇੱਥੋਂ ਦੀ ਤੇ ਪੰਜਾਬ ਦੇ ਖੇਤੀਬਾੜੀ ਦੇ ਵਿੱਚ? ਖੇਤੀ ਤਾਂ ਭੈਣ ਜੀ ਖੇਤੀ ਆ ਜੀ, ਇੱਥੇ ਵੀ ਉਹੇ ਜੀ ਆ, ਉੱਥੇ ਵੀ ਉਹੇ ਜੀ ਆ। ਜੇ ਬੇਸਿਕ ਆਪਾਂ ਡਿਫਰੈਂਸ ਕਹੀਏ ਤਾਂ ਜਿਹੜਾ ਕੋਈ ਖਾਸ ਨਹੀਂ ਹੈ। ਜਿਹੜਾ ਕਿਸਾਨ ਆ, ਕਿਸਾਨ ਦਾ ਜਿਹੜਾ ਸਟਰਗਲ ਆ ਉਹ ਇੱਥੇ ਵੀ ਉਨਾ ਹੀ ਆ, ਉੱਥੇ ਵੀ ਆ। ਪਰ ਇਹ ਆ ਵੀ ਇੱਥੇ ਥੋੜੀ ਜਿਹੀ ਜਿਹੜੀ ਸਕੇਲ ਆ ਉੱਥੇ ਨਾਲੋਂ ਵੱਡੀ ਆ, ਕਿਉਂਕਿ ਉੱਥੇ ਆਪਣੇ 5, 10, 20 ਏਕੜ ਵਾਲੇ ਜਿਹੜੇ ਫਾਰਮਰ ਨੇ, ਇੱਥੇ 50-100 ਏਕੜ ਤੋਂ ਸ਼ੁਰੂ ਹੋ ਕੇ ਵੱਡੀ ਫਾਰਮਿੰਗ ਆ। ਪਰ ਸਟਿਲ ਜਿਹੜੀਆਂ ਮੁਸ਼ਕਲਾਂ ਨੇ, ਜੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਖੇਤੀ ਮੋਸਟ ਇੱਕ ਲਾਈਫ ਸਟਾਈਲ ਆ, ਪਰ ਜਿਹੜਾ ਬਿਜ਼ਨਸ ਦੇ ਤੌਰ ਤੇ ਇਹਨੂੰ ਅਡਾਪਟ ਕਰਨਾ, ਉਹ ਜਾਂ ਤਾਂ ਤੁਹਾਡਾ ਪੈਸ਼ਨ ਹੋਣਾ ਚਾਹੀਦਾ, ਤੇ ਅਦਰਵਾਈਜ਼ ਜਿਹੜਾ ਉਸ ਤੋਂ ਬਿਨਾਂ ਟੈਕਨੋਲੋਜੀ ਆ, ਕੁਛ ਇੱਥੇ ਬੈਟਰ ਟੈਕਨੋਲੋਜੀ ਆ ਜਿਹੜੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਮਕੈਨੀਕਲ ਜਿਹੜੀ ਖੇਤੀ ਦੇ ਸਾਧਨ ਨੇ ਉਹ ਵੱਧਦੇ ਜਾਂਦੇ ਨੇ। ਪਰ ਫਿਰ ਵੀ ਜਿਹੜਾ ਬਾਹਰਲੇ ਮੁਲਕਾਂ ਦਾ, ਉਹ ਚਾਹੇ ਕੈਨੇਡਾ ਹੋਵੇ, ਅਮਰੀਕਾ, ਆਸਟ੍ਰੇਲੀਆ, ਇੱਥੇ ਜਿਹੜੀ ਹੈਗੀ ਆ ਖੇਤੀ ਦੇ ਵਿੱਚ ਟੈਕਨੋਲੋਜੀ ਵੱਧ ਆ, ਸਕੇਲ ਵੱਡੀ ਹੈ ਜੀ। ਤੇ ਉਸ ਤੋਂ ਇਲਾਵਾ ਜਿਹੜੇ ਹੋਰ ਨੇ ਖੇਤੀ ਦੇ, ਜਿਸ ਤਰ੍ਹਾਂ ਹੁਣ ਪਾਣੀਆਂ ਦੇ ਇਸ਼ੂ ਨੇ, ਸੀਜ਼ਨਾਂ ਦੇ, ਸੀਜ਼ਨਲ ਖੇਤੀ ਆ ਇੱਥੇ, ਜਿਹੜਾ ਕਣਕ ਦੀ ਆ ਫਸਲ ਇਹ ਵੀ ਸੀਜ਼ਨਲ ਹੈ। ਤੇ ਉਸ ਤੋਂ ਬਿਨਾਂ ਜਿਹੜੇ ਕੁਦਰਤੀ ਮਾਰਾਂ ਨੇ, ਉਹ ਗੜਿਆਂ ਦੀਆਂ, ਸੋਕੇ ਦੀ, ਇੱਥੇ ਸੋਕੇ ਦੀ, ਆਸਟ੍ਰੇਲੀਆ ਦੇ ਵਿੱਚ ਸੋਕੇ ਦੀ ਬਹੁਤ ਵੱਡੀ ਪ੍ਰੋਬਲਮ ਆ, ਤੇ ਡਰਾਈ ਹੋਣ ਕਰਕੇ ਕਈ ਸੀਜ਼ਨ ਸਾਡੇ ਡਰਾਈ ਲੰਘ ਜਾਂਦੇ ਨੇ, ਜਿਹਦੇ ਵਿੱਚ ਬਿਲਕੁਲ ਵੀ ਜਿਹੜਾ ਬੀ ਪਾਇਆ ਹੁੰਦਾ ਉਹ ਵੀ ਪੂਰਾ ਨਹੀਂ ਹੁੰਦਾ। ਤੇ ਇਸ ਤਰ੍ਹਾਂ ਜਿਹੜੀ ਖੇਤੀ ਦੀ ਵਿਭਿੰਨਤਾ, ਉੱਥੇ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈ ਜੀ। ਹਾਂ, ਇਹ ਹੈ ਵੀ ਉੱਥੇ ਨਾਲੋਂ ਸਕੇਲ ਆ ਜਿਹੜੀ ਉੱਥੇ ਖੇਤੀ ਦੀ, ਜਿਹੜੀ ਉਹ ਕਾਫੀ ਇੱਥੇ ਵੱਡੀ ਆ। ਉੱਥੇ ਛੋਟੀ ਫਾਰਮਿੰਗ, ਇੱਥੇ ਵੱਡੀ ਫਾਰਮਿੰਗ ਆ। ਉਸ ਤੋਂ ਇਲਾਵਾ ਪਾਣੀ ਦੇ ਸੋਰਸਿਸ ਨੇ ਇੱਥੇ, ਸਾਰੇ ਦਰਿਆਵਾਂ ਦਾ ਪਾਣੀ ਜਿਹੜਾ ਖੇਤੀ ਦੇ ਲਈ, ਜਿਹੜਾ ਬਾਗਾਂ ਲਈ ਵਰਤਿਆ ਜਾਂਦਾ, ਕਣਕ ਉਗਾਉਣ ਲਈ ਤਾਂ ਇੱਥੇ ਪਾਣੀ ਇਰੀਗੇਟ ਕੀਤਾ ਹੀ ਨਹੀਂ ਜਾਂਦਾ ਜੀ। ਪਰ ਜਿਹੜਾ ਬਾਗਾਂ ਦੇ ਲਈ ਆ, ਉਹ ਦਰਿਆਵਾਂ ਤੋਂ ਪਾਣੀ ਪੰਪ ਕਰਕੇ ਲਾਇਆ ਜਾਂਦਾ। ਪਰ ਉਹਦੇ ਵਿੱਚ ਕਾਫੀ ਰਿਸਟ੍ਰਿਕਸ਼ਨਾਂ ਨੇ। ਸਾਲ ਤੋਂ ਸਾਲ ਜਿਹੜਾ ਜਿਸ ਤਰ੍ਹਾਂ ਬਾਰਿਸ਼ ਪੈਂਦੀ ਆ, ਉਹਦੇ ਹਿਸਾਬ ਨਾਲ ਜਿਹੜੇ ਪਾਣੀ ਦੀ ਐਲੋਕੇਸ਼ਨ ਆ ਉਹ ਦਿੱਤੀ ਜਾਂਦੀ ਹੈ। ਕਈ ਸਾਲਾਂ ਦੇ ਵਿੱਚ ਬਹੁਤ ਘੱਟ ਹੁੰਦਾ, ਕਈ ਸਾਲਾਂ ਦੇ ਵਿੱਚ ਰੀਜ਼ਨੇਬਲ ਹੁੰਦਾ। ਤੇ ਜਿਹੜੇ ਚੈਲੰਜਸ ਨੇ ਖੇਤੀ ਦੇ, ਉਹ ਤਕਰੀਬਨ ਇੱਕੋ ਜਿਹੇ ਨੇ ਜੀ ਸਾਰੇ। ਤੇ ਭਾਈ ਸਾਹਿਬ, ਇੱਥੋਂ ਦੀ ਗਵਰਨਮੈਂਟ ਦੀ ਕੀ ਸਪੋਰਟ ਆ ਫਾਰਮਰਸ ਨੂੰ, ਕਿ ਐਸ ਕੰਪੇਅਰ ਜੇ ਆਪਾਂ ਇੰਡੀਆ ਦੇ ਕੰਪੈਰੀਟਿਵਲੀ, ਇੱਥੇ ਗਵਰਨਮੈਂਟ ਕਿੰਨਾ ਸਪੋਰਟ ਕਰਦੀ ਫਾਰਮਰਸ ਨੂੰ? ਇੱਥੇ ਨਹੀਂ ਜੀ, ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ
ਸਬਸਿਡੀ ਵਗੈਰਾ, ਜਿਸ ਤਰ੍ਹਾਂ ਜਿਹੜੇ ਨਵੇਂ ਖੇਤੀ ਦੇ ਸਾਧਨ ਨੇ, ਕਿਸੇ ਨੇ ਜਿਹੜਾ ਗ੍ਰੀਨ ਹਾਊਸ ਬਣਾਉਣੇ ਨੇ, ਜਿਹੜੀ ਡ੍ਰਿਪ ਇਰੀਗੇਸ਼ਨ ਜਾਂ ਸਪ੍ਰਿੰਕਲ ਇਰੀਗੇਸ਼ਨ ਚੇਂਜ ਕਰਨੀ ਆ, ਉੱਥੇ ਕੋਈ ਸਬਸਿਡੀ ਹੈਗੀਆਂ। ਪਰ ਜਿਹੜਾ ਇੱਥੇ ਆ, ਟਾਈਮ ਟੂ ਟਾਈਮ ਕਿਤੇ ਕਿਤੇ ਕੋਈ ਜਿਹੜੀ ਜੇ ਕੁਦਰਤੀ ਮਾਰ ਪੈ ਜੇ ਤਾਂ ਗਵਰਨਮੈਂਟ ਥੋੜਾ ਬਹੁਤਾ ਸਪੋਰਟ ਕਰਦੀ ਆ। ਬਟ ਅਦਰਵਾਈਜ਼ ਜਿਹੜਾ ਖੇਤੀ ਦਾ ਮਾਡਲ ਆ ਜੀ, ਉਹ ਜਸਟ ਜਿਹੜਾ ਦੂਸਰੇ ਬਿਜ਼ਨਸਾਂ ਵਾਂਗੂ ਇੱਕ ਬਿਜ਼ਨਸ ਆ, ਤੇ ਸੇਮ ਬ੍ਰੈਕਟ ਦੇ ਉੱਤੇ ਤੁਹਾਨੂੰ ਜਿਹੜਾ ਉਹਦੇ ਵਿੱਚ ਟੈਕਸ ਦੀ ਵੀ ਜਿਹੜਾ ਅਪਲਾਈ ਹੁੰਦਾ। ਇਹ ਨਹੀਂ ਹੈ ਵੀ ਕਈ ਕੰਟਰੀਆਂ ਦੇ ਵਿੱਚ ਜਿਹੜਾ ਟੈਕਸ ਆ ਉਹ ਤੋਂ ਵੇਵ ਕੀਤਾ ਹੁੰਦਾ, ਪਰ ਇੱਥੇ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਵੱਲੋਂ ਕੋਈ ਖਾਸ ਕਿਸੇ ਤਰ੍ਹਾਂ ਦੇ ਜਿਹੜੇ ਸਬਸਿਡੀ ਜਾਂ ਕੋਈ ਫੰਡਿੰਗ ਨਹੀਂ ਹੁੰਦੀ ਜੀ। ਹਾਂ, ਕੋਈ ਕੁਦਰਤੀ ਮਾਰ ਪੈ ਜੇ ਤਾਂ ਉਹਦੇ ਲਈ ਕਿਤੇ ਨਾ ਕਿਤੇ ਉਹਨੂੰ ਦੇਖ ਕੇ ਜਿਹੜਾ ਹੈਗਾ ਉਹਦਾ ਥੋੜਾ ਬਹੁਤਾ ਜਿਹੜਾ ਕੀਤਾ ਜਾਂਦਾ। ਅਦਰਵਾਈਜ਼ ਹੋਰ ਸਰਕਾਰ ਵੱਲੋਂ ਇੱਥੇ ਕੋਈ ਸਹਾਇਤਾ ਨਹੀਂ ਹੈ ਜੀ। ਤੇ ਭਾਈ ਸਾਹਿਬ, ਹੁਣ ਆਪਾਂ ਗੱਲ ਕਰਦੇ ਆ ਪੰਜਾਬ ਦੇ ਕਿਸਾਨਾਂ ਦੀ। ਜਿਵੇਂ ਸਾਰਿਆਂ ਨੂੰ ਪਤਾ ਕਿ ਜਿਹੜਾ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਉੱਥੇ ਇੱਕ ਚੀਜ਼ ਦੀ ਪ੍ਰੋਬਲਮ ਨਹੀਂ ਹੈਗੀ, ਉੱਥੇ ਹੈਗਾ ਕਿ ਸਹੀ ਵਾਜਬ ਰੇਟ ਨਹੀਂ ਮਿਲਦਾ, ਕੀਟਨਾਸ਼ਕ ਮਹਿੰਗੇ ਆ, ਮੌਸਮ ਦੀ ਮਾਰ ਦੇ ਨਾਲ ਅੱਜ ਕੱਲ੍ਹ ਦੇ ਕਿਸਾਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਵੀ ਜੱਦੋਜਹਿਦ ਕਰਨੀ ਪੈ ਰਹੀ ਹੈ। ਤੁਸੀਂ ਉਸ ਬਾਰੇ ਕੁਝ ਕਹਿਣਾ ਚਾਹੋਗੇ? ਇਹ ਭੈਣ ਜੀ, ਸਾਰੇ ਦੁਨੀਆ ਦੇ ਵਿੱਚ ਕਿਸਾਨੀ ਦਾ ਜਿਹੜਾ ਹੈਗਾ ਇਹ ਇੱਕੋ ਜਿਹਾ ਹੀ ਆ ਜੀ। ਇੱਥੇ ਵੀ ਜਿਸ ਤਰ੍ਹਾਂ ਤੁਸੀਂ ਕੈਮੀਕਲਾਂ ਦੀ ਗੱਲ ਕੀਤੀ ਆ, ਜਾਂ ਜਿਹੜਾ ਵਾਜਬ ਰੇਟ ਨੇ, ਅੱਜ ਕੱਲ੍ਹ ਜਿਹੜਾ ਪੂੰਜੀਵਾਦ ਕਹਿ ਲਈਏ ਆਪਾਂ, ਕਾਰਪੋਰੇਸ਼ਨਾਂ ਨੇ, ਉਹਨਾਂ ਦੇ ਜਿਹੜਾ ਡਿਕਟੇਟ ਕਰ ਰਹੀਆਂ ਖੇਤੀ ਨੂੰ, ਉਸ ਕਰਕੇ ਜਿਹੜੇ ਉੱਥੇ ਸਟਰਗਲ ਕਰ ਰਹੇ ਕਿਸਾਨ ਨੇ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ, ਉਹ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਈ ਸਾਲਾਂ ਤੋਂ ਉਹ ਹੈ ਨਹੀਂ ਗੀ। ਇੱਥੇ ਓਪਨ ਮਾਰਕੀਟ ਆ, ਜਿਸ ਤਰ੍ਹਾਂ ਹੁਣ ਉੱਥੇ ਕਹਿ ਰਹੇ ਆ, ਬਹੁਤ ਸਾਲਾਂ ਤੋਂ ਇੱਥੇ ਓਪਨ ਮਾਰਕੀਟ ਆ। ਉਸੇ ਤਰ੍ਹਾਂ ਦੀ ਐਕਸਪਲੋਇਟੇਸ਼ਨ, ਉਸੇ ਤਰ੍ਹਾਂ ਦਾ ਕੰਪੀਟੀਸ਼ਨ ਕੰਪਨੀਆਂ ਵੱਲੋਂ, ਪੈਕਿੰਗ ਵੱਲੋਂ, ਪ੍ਰੋਸੈਸਰਾਂ ਵੱਲੋਂ ਇੱਥੇ ਵੀ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ। ਟਾਈਮ ਟੂ ਟਾਈਮ ਤੁਸੀਂ ਸਾਰੀ ਫਸਲ ਉਹ ਕਰਕੇ ਸਾਰੇ ਸਾਲ ਦੀ ਤੁਸੀਂ ਕਿਸੇ ਬਾਇਨਰੀ ਨੂੰ ਦੇਤੀ, ਕਿਸੇ ਕੰਪਨੀ ਨੂੰ ਦੇਤੀ, ਤੇ ਉਹ ਬਰੋਕ ਹੋ ਗਏ ਜਾਂ ਕੋਈ ਵੀ ਰੀਜ਼ਨ ਹੋ ਗਿਆ, ਤਾਂ ਬਹੁਤ ਸਾਲ ਕਈ ਜਾਂ ਫਸਲਾਂ ਨੇ, ਜਿਹੜੀਆਂ ਸਬਜ਼ੀਆਂ ਨੇ, ਫਲਾਂ ਦੀਆਂ ਨੇ, ਉਹਨਾਂ ਨੂੰ ਜਦੋਂ ਤੁਸੀਂ ਮਾਰਕੀਟ ਵਿੱਚ ਲੈ ਕੇ ਜਾਂਦੇ ਹੋ, ਤਾਂ ਉੱਥੇ ਤੁਸੀਂ ਆਪਦਾ ਸਾਰੇ ਸਾਲ ਦੀ ਮਿਹਨਤ ਦੇ ਕੇ ਤੁਹਾਨੂੰ ਫਿਰ ਵੀ ਪਤਾ ਨਹੀਂ ਹੁੰਦਾ ਵੀ ਕਿ ਤੁਹਾਨੂੰ ਰਾਈਟ ਪ੍ਰਾਈਸ ਤੇ ਸਹੀ ਜਿਹੜਾ ਉਹ ਪੈਸਾ ਤੁਹਾਨੂੰ ਮਿਲ ਜਾਣਾ। ਤੇ ਇਸੇ ਤਰ੍ਹਾਂ ਦਾ ਜਿਹੜਾ ਹੁਣ ਉਹ ਮੁੱਦਾ ਪੰਜਾਬ ਦੇ ਵਿੱਚ ਉੱਠਿਆ ਹੋਇਆ, ਇਹ ਟਾਈਮ ਟੂ ਟਾਈਮ ਆ ਜਿਹੜਾ ਇਹ ਚੱਲਦਾ ਹੀ ਰਹੂਗਾ ਜੀ। ਅੱਜ ਨਹੀਂ ਤਾਂ ਕੱਲ ਨੂੰ ਹੋ ਜਾਊਗਾ, ਹੋਣਾ ਹੀ ਹੈ। ਭਾਈ ਸਾਹਿਬ, ਫਿਰ ਕਨੈਕਸ਼ਨ ਦੀ ਮੈਨੂੰ ਲੱਗਦਾ ਥੋੜੀ ਪ੍ਰੋਬਲਮ ਆ ਰਹੀ। ਉਹ ਟੇਕ ਓਵਰ ਕਰਦਾ ਜਾ ਰਿਹਾ ਜੀ। ਜਿਹੜੇ ਕਾਰਪੋਰੇਸ਼ਨਾਂ ਨੇ ਉਹ ਹਰ ਖਿੱਤੇ ਦੇ ਵਿੱਚ ਟੇਕ ਓਵਰ ਕਰਦੀਆਂ ਜਾ ਰਹੀਆਂ ਨੇ। ਹਾਂ, ਜਿਹੜੀ ਮੈਂ ਸਮਝਦਾ ਕਿ ਜਿਹੜੀ ਫਾਰਮਰ ਯੂਨੀਅਨ ਆ, ਉਹ ਸਾਡੇ ਆਸਟ੍ਰੇਲੀਆ ਦੀ ਵੀ ਬਹੁਤ ਵੀਕ ਆ। ਇੱਥੇ ਕੋਈ ਖਾਸ ਫਾਰਮਰ ਯੂਨੀਅਨ ਹੈ ਨਹੀਂ ਆ ਹਜੇ। ਪੰਜਾਬ ਦੇ ਵਿੱਚ ਫਾਰਮਰ ਯੂਨੀਅਨ ਕਾਫੀ ਸਟਰੋਂਗ ਨੇ ਕਿ ਕਿਸਾਨਾਂ ਨੂੰ ਇਕੱਠੇ ਹੋ ਕੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਆਮ ਪਿੰਡਾਂ ਦੇ ਵਿੱਚ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਸਟੋਰੇਜ ਸਭ ਤੋਂ ਮਹਿੰਗਾ ਸੌਦਾ ਜੀ, ਜਿਹੜਾ ਕਿਸਾਨੀ ਕਿੱਤੇ ਦੇ ਵਿੱਚ ਪ੍ਰੋਡਕਟ ਨੂੰ ਸਟੋਰ ਕਰਨਾ ਬਹੁਤ ਮਹਿੰਗਾ। ਉਹ ਕਿਤੇ ਨਾ ਕਿਤੇ ਸਾਨੂੰ ਆਪਣੀ ਸਟੋਰੇਜ ਰੱਖ ਕੇ ਆਪਣੀ ਮਾਰਕੀਟਿੰਗ ਜਿਹੜੀ ਕਿਸਾਨਾਂ ਦੀ ਨੂੰ ਆ, ਉਹ ਆਪ ਪੈਦਾ ਕਰਨੀ ਪਊਗੀ। ਜਿਵੇਂ ਹੁਣ ਉੱਥੇ ਫੋਰ ਐਗਜ਼ਾਮਪਲ ਮੈਂ ਇਹ ਸੋਚਦਾ ਕਿ ਅੱਜ ਦੇ ਪੰਜਾਬ ਦੇ ਮੁੱਦੇ ਤੇ ਇਹ ਕਾਨੂੰਨ ਨੇ ਜਿਹੜੇ ਬੜੇ ਮਾੜੇ ਨੇ ਕਿਸਾਨਾਂ ਲਈ, ਇਹਨਾਂ ਨੂੰ ਜਿਹੜਾ ਹੈਗਾ ਰੱਦ ਕਰਨਾ ਚਾਹੀਦਾ। ਪਰ ਫਿਰ ਵੀ ਜੇ MSP ਜੋ ਪਹਿਲਾਂ ਚੱਲ ਰਹੀ ਸੀ, ਜੇ ਉਹ ਹੁਣ ਵੀ ਰਹਿੰਦੀ, ਤਾਂ ਕਿਸਾਨੀ ਪਹਿਲਾਂ ਵੀ ਕੋਈ ਇੰਨੀ ਬਹੁਤੀ ਵਧੀਆ ਨਹੀਂ ਸੀਗੀ। ਜਿਹੜੀ ਹੁਣ ਤਾਂ ਮਾੜੀ ਹੋਊਗੀ। ਜੇ ਆਪਾਂ ਪਾਸ ਦੇਖ ਲਈਏ, ਜਦੋਂ ਇਹ ਸਾਰੇ MSP ਜਿਹੜੇ ਸੀਗੇ, ਉਦੋਂ ਵੀ ਕਿਸਾਨੀ ਕੋਈ ਬਹੁਤੀ ਵਧੀਆ ਨਹੀਂ ਸੀਗੀ। ਤੇ ਇਸ ਕਰਕੇ ਜੇ ਉਹ ਜਿਹੜੀਆਂ ਹੈਗੀਆਂ ਨੇ ਪਿੰਡਾਂ ਦੀਆਂ ਕੋਆਪਰੇਟਿਵ, ਜਾਂ ਪਿੰਡਾਂ 'ਚ ਇਕੱਠੇ ਹੋ ਕੇ ਜੇ ਇੱਕ ਸਾਂਝੇ ਪਲੇਟਫਾਰਮ ਤੇ ਜਿਹੜੀ ਖੇਤੀ ਆ ਉਹ ਕੀਤੀ ਜਾਵੇ, ਕਿ ਰਾਦਰ ਦੈਨ ਕਿ ਇਕੱਲੇ ਘਰਾਂ 'ਚੋਂ ਜਿਹੜੇ ਵੱਡੇ ਟਰੈਕਟਰ ਖੜੇ ਨੇ, ਉਹ ਜਿਹੜੀਆਂ ਕੋਆਪਰੇਟਿਵ ਜਿਹੜੀਆਂ ਸੁਸਾਇਟੀਆਂ ਨੇ, ਉਹਨਾਂ ਰਾਹੀਂ
ਉਹ ਮਸ਼ੀਨਰੀ ਨੂੰ ਸਾਂਝੇ ਤੌਰ ਤੇ ਵਰਤਿਆ ਜਾਵੇ। ਤੇ ਜਿਹੜੀ ਫਸਲ ਆ, ਫਸਲ ਦੀ ਵੀ ਸਟੋਰੇਜ ਇੱਕ ਸਾਂਝੇ ਥਾਂ ਤੇ, ਮੰਨ ਲਓ ਸਪੋਜ਼ ਇੱਕ ਪਿੰਡ ਦੇ ਵਿੱਚ ਇੱਕ ਸਾਈਲੋ ਲਾ ਕੇ ਉਹਨੂੰ ਸਟੋਰ ਕਰਕੇ ਉਸ ਨੂੰ ਅੱਗੇ ਵੇਚਿਆ ਜਾਵੇ, ਤਾਂ ਉਹ ਜਿਹੜੇ ਬਾਕੀ ਦੇ ਵੱਡੇ ਕਾਰਪੋਰੇਸ਼ਨਾਂ ਦੇ ਸਟੋਰੇਜ ਲੱਗੇ ਆ ਤਾਂ ਲੱਗੇ ਰਹਿਣ, ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਹੈ। ਪਰ ਇਹ ਆ ਵੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਆਪਦੀ ਮੰਡੀ ਆ ਜਿਹੜੀ, ਉਹ ਚਾਹੇ ਐਕਸਪੋਰਟ ਦੀ ਆ ਚਾਹੇ ਉਹ ਡੋਮੈਸਟਿਕ ਆ, ਮਾਰਕੀਟਿੰਗ ਆਪ ਲੱਭਣੀ ਹੀ ਇੱਕ ਇਹਦਾ ਹੱਲ ਆ। ਅਦਰਵਾਈਜ਼ ਇੱਕ ਜਾਊਗਾ ਦੂਸਰਾ ਆ ਜਾਊਗਾ, ਤੇ ਹੈ ਕਿਸਾਨੀ ਦਾ ਸਾਰੇ ਪਾਸੇ ਇੱਕੋ ਜਿਹਾ ਹਾਲ ਹੀ ਹੈ। ਹਾਂਜੀ। ਤੇ ਭਾਈ ਸਾਹਿਬ, ਜਿਹੜਾ ਹੁਣ ਆਪਾਂ ਦੇਖਦੇ ਆ ਕਿ ਗਰੇਵਾਲ ਜਿਹੜਾ ਫਾਰਮਸ ਆ, ਉਹ ਤੁਹਾਡਾ ਫੈਮਿਲੀ ਬਿਜ਼ਨਸ ਆ, ਤੇ ਉਹਦੇ ਵਿੱਚ ਸਾਰੀ ਫੈਮਿਲੀ ਜਿਹੜੀ ਆ ਉਹ ਇਕੱਠਿਆਂ ਕੰਮ ਕਰਦੀ ਹੈ ਕਿ ਕੀ, ਜਾਂ ਵੰਡੇ ਹੋਏ ਆਪਣੇ ਆਪਣੇ ਅਹੁਦੇ? ਉਹ ਕੁਦਰਤੀ ਥੋੜਾ ਵੰਡ ਹੋ ਜਾਂਦਾ ਜੀ, ਕੋਈ ਕਿਉਂਕਿ ਕੋਈ ਕਿਸੇ ਕੰਮ ਵਾਲਾ ਜਿਹੜਾ ਹੁੰਦਾ, ਕਿਸੇ ਕੰਮ ਵਾਲਾ ਹੁੰਦਾ, ਕੋਈ ਹੁਣ ਕੋਈ ਫਾਰਮ ਤੇ ਕੰਮ ਕਰਦਾ ਜੀ, ਕੋਈ ਮੈਨੇਜਮੈਂਟ ਕਰਦਾ, ਕੋਈ ਅਕਾਊਂਟਿੰਗ ਕਰਦਾ। ਸਾਡੇ ਬੱਚੇ ਨੇ ਹੁਣ ਵੱਡੇ ਹੋ ਗਏ, ਇਹ ਵੀ ਨਾਲ ਜਾਂਦੇ ਨੇ। ਤੇ ਇਹ ਜਿਹੜੇ ਆ ਆਪੋ ਆਪਣਾ ਕੰਮ ਜਿੱਥੇ ਜਿੱਥੇ ਸੂਟੇਬਲ ਬੈਠਦਾ, ਫਿੱਟ ਬੈਠਦਾ, ਉੱਥੇ ਸਾਰੇ ਆਪੇ ਹੀ ਲੱਗ ਜਾਂਦੇ ਆ ਜੀ, ਆਪੇ ਹੀ ਸੈਟਿੰਗ ਹੋ ਜਾਂਦੀ ਹੈ। ਤੇ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਜੀ, ਸਾਰੇ ਆਪੋ ਆਪਦੀ ਸੈਟਿੰਗ ਆਪ ਹੀ ਕਰ ਲੈਂਦੇ ਜਿੱਥੇ ਸੈੱਟ ਹੁੰਦਾ। ਹਾਂਜੀ। ਤੇ ਭਾਈ ਸਾਹਿਬ, ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜਾਂ ਜਿਹੜੇ ਨਵੇਂ ਸਟੂਡੈਂਟ ਆ ਰਹੇ ਆ, ਤੇ ਕਿਉਂਕਿ ਮੋਸਟਲੀ ਜਿਹੜੇ ਪੰਜਾਬ ਤੋਂ ਬੱਚੇ ਆਉਂਦੇ ਆ, ਉਹ ਕਿਤੇ ਨਾ ਕਿਤੇ ਫੈਮਿਲੀ ਬੈਕਗ੍ਰਾਉਂਡ ਦੇ ਨਾਲ ਜੁੜੇ ਹੁੰਦੇ ਆ। ਤੇ ਜੇ ਇਨ ਫਿਊਚਰ ਤੁਸੀਂ ਉਹਨਾਂ ਲਈ ਕੀ ਸੁਝਾਅ ਦੇਣਾ ਚਾਹੋਗੇ ਕਿ ਜੇ ਉਹ ਇਸ ਖਿੱਤੇ ਨੂੰ ਅਪਣਾਉਣਾ ਚਾਹਣ, ਇੱਥੇ ਦੇ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਕੀ ਕਹਿਣਾ ਚਾਹੋਗੇ ਉਹਨਾਂ ਲਈ? ਤਾਂ ਬਹੁਤ ਵਧੀਆ ਕੁਐਸਚਨ ਆ ਭੈਣ ਜੀ। ਸਾਨੂੰ ਟਾਈਮ ਟੂ ਟਾਈਮ ਇਹ ਜਿਹੜਾ ਕਿਤੋਂ ਨਾ ਕਿਤੇ ਇਨਕੁਆਰੀ ਫੋਨ ਆਉਂਦੇ ਰਹਿੰਦੇ ਆ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਸਾਡਾ ਜਿਹੜਾ ਭਾਈਚਾਰਾ ਕਿਤੇ ਨਾ ਕਿਤੇ ਖੇਤੀ ਨਾਲ ਜੁੜਿਆ ਹੋਇਆ। ਤੇ ਪਰ ਜਿਹੜੇ ਲਿੰਕ ਨੇ, ਹੁਣ ਕੋਈ ਸ਼ਹਿਰਾਂ 'ਚ ਆ ਕੇ ਬੈਠ ਗਏ, ਪਿੰਡਾਂ 'ਚ ਜਿਹੜੀ ਖੇਤੀਬਾੜੀ ਏਰੀਆ 'ਚ ਪਹੁੰਚ ਨਹੀਂ ਹੁੰਦੀ, ਜਾਣ ਪਛਾਣ ਨਹੀਂ ਹੁੰਦੀ, ਜਿਹੜਾ ਉੱਥੇ ਬੜਾ ਔਖਾ ਹੁੰਦਾ ਪਹੁੰਚਣਾ। ਉਹਦੇ ਲਈ ਅਸੀਂ ਹਰ ਸਮੇਂ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਹੈਲਪ ਲਈ ਤਿਆਰ ਹਾਂ। ਹਾਂ, ਪਰ ਇਹ ਹੈ ਵੀ ਮੇਰਾ ਸੁਝਾਅ ਇਹ ਹੈ ਜੀ, ਜਿਹੜਾ ਖੇਤੀ ਇੱਕ ਪੈਸ਼ਨ ਆ, ਇੱਕ ਲਾਈਫ ਸਟਾਈਲ ਆ। ਖੇਤੀ ਨੂੰ ਬਿਜ਼ਨਸ ਦੇ ਤੌਰ ਤੇ ਵੀ ਮਾੜਾ ਨਹੀਂ ਹੈ, ਪਰ ਸਭ ਤੋਂ ਪਹਿਲਾਂ ਤੁਸੀਂ ਇਹ ਆ ਵੀ ਤੁਹਾਨੂੰ ਇੱਕ ਸ਼ੌਕ ਹੋਣਾ ਚਾਹੀਦਾ ਖੇਤੀ ਦਾ। ਜੇ ਤਾਂ ਸ਼ੌਕ ਆ ਫਿਰ ਤਾਂ ਤੁਸੀਂ ਵੀ ਲਓਗੇ, ਕਰ ਵੀ ਲਓਗੇ, ਨਹੀਂ ਵੀ ਕੀਤੀ ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਤੁਸੀਂ ਤੁਹਾਨੂੰ ਉਹ ਸ਼ੌਕ ਆ ਤੁਹਾਡੇ ਅੰਦਰ, ਤਾਂ ਫਿਰ ਖੇਤੀ ਕਰਨੀ ਕੋਈ ਔਖੀ ਨਹੀਂ ਹੈ। ਤੇ ਇਹਨੂੰ ਪਿਓਰਲੀ ਇੱਕ ਬਿਜ਼ਨਸ ਦੇ ਤੌਰ ਤੇ ਕਰਨਾ, ਵੀ ਇਹ 'ਚੋਂ ਪੈਸੇ ਕਮਾਉਣੇ ਨੇ, ਤੇ ਫਿਰ ਹਾਰਡ ਵਰਕ ਵੀ ਬਹੁਤ ਹੈ ਜੀ, ਬਹੁਤ ਹਾਰਡ ਵਰਕ ਆ। ਬਾਹਰ ਆ, ਧੁੱਪ 'ਚ ਆ, ਹਰ ਤਰ੍ਹਾਂ ਦੇ ਜਿਹੜਾ ਵੈਦਰ 'ਚ ਆ, ਸਾਨੂੰ ਕਈ ਮਾਰਾਂ ਵੀ ਝੱਲਣੀਆਂ ਪੈਂਦੀਆਂ ਨੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ। ਤੇ ਉਸ ਤੋਂ ਇਲਾਵਾ ਜਿਹੜਾ ਪਰਿਵਾਰਕ ਜਿਹੜੇ ਇੱਥੇ ਸਾਡੇ ਕੋਲੇ ਬਹੁਤ ਜਿਹੜੇ ਯੰਗ ਜਿਹੜੇ ਜਵਾਨ ਬੱਚੇ ਆਉਂਦੇ, ਉਹਦੇ ਵਿੱਚ ਜਿਹੜਾ ਆਪਦੀ ਫੈਮਿਲੀ ਦਾ ਜਿਹੜਾ ਕੋਆਪਰੇਸ਼ਨ ਆ ਇੱਕ ਦੂਜੇ ਦਾ, ਹੁਣ ਮੈਂ ਸਿੱਧੇ ਲਫ਼ਜ਼ਾਂ 'ਚ ਇਹ ਕਹਾਂ ਜੀ, ਹਸਬੈਂਡ ਵਾਈਫ ਇਹ ਨਹੀਂ ਹੈ ਵੀ ਇਕੱਲਾ ਭਾਈ ਸਾਹਿਬ ਹੀ ਤਿਆਰ ਆ ਤੇ ਬੀਬੀ ਕਹੇ ਵੀ ਮੈਂ ਨਹੀਂ ਪਿੰਡਾਂ 'ਚ ਜਾਣਾ। ਉਹ ਸੋਚ ਵਿਚਾਰ ਕੇ ਨਾ, ਖੇਤੀ ਇੱਕ ਵਧੀਆ ਕਿੱਤਾ, ਪਰ ਜੇ ਤੁਹਾਡਾ ਸ਼ੌਕ ਆ, ਪੈਸ਼ਨ ਆ, ਔਰ ਤੁਹਾਡੀ ਸਾਰੀ ਫੈਮਿਲੀ ਉਸ ਗੱਲ ਲਈ ਤਿਆਰ ਆ, ਤਾਂ ਬਹੁਤ ਵਧੀਆ। ਔਰ ਅਸੀਂ ਕਿਸੇ ਨੇ ਵੀ ਇਸ ਬਾਰੇ ਜੇ ਕੋਈ ਇਨਫੋਰਮੇਸ਼ਨ ਆ, ਕੋਈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਆ, ਤਾਂ ਅਸੀਂ ਹਰ ਸਮੇਂ ਹਾਜ਼ਰ ਹਾਂ ਜੀ। ਓਕੇ ਭਾਈ ਸਾਹਿਬ, ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਜਿਹੜਾ ਇੱਥੇ ਵੀ ਕਿਸੇ ਨੇ ਕਮੈਂਟ 'ਚ ਵੀ ਆਪਾਂ ਨੂੰ ਲਿਖਿਆ ਕਿ ਜਿਹੜੇ ਗਰੇਵਾਲ ਆਟਾ ਹੈਜ਼ ਹੈਲਪਡ ਲੋਟ ਇਨ ਕੋਵਿਡ ਪੈਂਡੈਮਿਕ, ਕਿ ਤੁਸੀਂ ਬਹੁਤ ਸਾਰਾ ਆਟਾ ਵੀ ਡੋਨੇਟ ਕੀਤਾ, ਪੈਲਟਸ ਕੀਤੇ ਆ, ਡੋਨੇਟ ਕੀਤੇ ਆ। ਪਰ ਮੈਂ ਹੋਰ ਵੀ ਸਾਰੀਆਂ ਬੜੀਆਂ ਸੰਸਥਾਵਾਂ 'ਚ ਤੁਹਾਡਾ ਦੇਖਦੀ ਹਾਂ ਕਿ ਜਾਂ ਕੋਈ ਸੋਸ਼ਲ ਇਵੈਂਟ ਹੋ ਰਿਹਾ ਹੁੰਦਾ ਕਿ ਤੁਸੀਂ ਉੱਥੇ ਬਦਾਮਾਂ ਨਾਲ ਵੀ ਜਿਹੜੇ ਪਲੇਅਰਸ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋ, ਜਾਂ ਫਿਰ ਇਹ ਤੁਹਾਡਾ ਦਸਵੰਧ ਕੱਢਣ ਦਾ ਤਰੀਕਾ ਹੈ ਜਾਂ? ਇਹ ਤਾਂ ਭੈਣ ਜੀ ਉਹ ਆਪ ਹੀ ਕਰਵਾ ਲੈਂਦਾ, ਜਿੱਥੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਸੇਵਾ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰ ਰਿਹਾ। ਬੜਾ ਮਾਣ ਹੈ ਸਾਨੂੰ ਆਪਣੀ ਕਮਿਊਨਿਟੀ ਤੇ ਕਿ ਹਰ ਜਗ੍ਹਾ ਤਰ੍ਹਾਂ ਤਰ੍ਹਾਂ ਨਾਲ ਹਰ ਇੱਕ ਬੰਦਾ ਜਿਹੋ ਜਿਹੀ ਸੇਵਾ ਕਰ ਰਿਹਾ। ਜਿਸ ਤਰ੍ਹਾਂ ਤੁਸੀਂ ਮੀਡੀਆ ਦੀ ਸੇਵਾ ਕਰ ਰਹੇ ਹੋ, ਇਹ ਵੀ ਇੱਕ ਸੇਵਾ ਹੀ ਹੈ ਨਾ। ਤੇ ਜਿੱਥੋਂ ਕਰਵਾ ਰਿਹਾ ਉਹ ਆਪ ਕਰਵਾ ਰਿਹਾ। ਤੇ ਆਪਣੇ ਭੈਣ ਭਰਾ ਨੇ ਸਾਰੇ, ਅੱਜ ਬੱਚੇ ਆਉਂਦੇ ਨੇ, ਯੰਗ ਨੇ, ਨਵੇਂ ਆਉਂਦੇ, ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਤੇ ਉਹਦੇ ਲਈ ਜੇ ਉਹ ਇੱਕ ਦੂਜੇ ਦੇ ਆਪਾਂ ਸਹਾਰਾ ਬਣਦੇ ਆ, ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ
ਜਿੰਨਾ ਕੁ ਵੀ ਬੰਦਾ ਕਰ ਸਕਦਾ। ਤੇ ਇਹੀ ਇੱਕ ਜਿਹੜਾ ਸਾਡਾ ਮੋਟਿਵ ਆ ਜੀ, ਕਿ ਜਿੱਥੇ ਵੀ ਕਿਤੇ ਜਿੱਥੇ ਆਪਣੀ ਕਮਿਊਨਿਟੀ ਭੈਣ ਭਰਾ ਨੇ, ਜਿੱਥੇ ਅਸੀਂ ਇੱਕ ਦੂਜੇ ਦਾ ਸਹਾਰਾ ਬਣ ਸਕੀਏ, ਤਾਂ ਉਹ ਇੱਥੇ ਇਹੀ ਸਭ ਤੋਂ ਬੈਟਰ ਹੈ ਜੀ। ਇਹੀ ਇੱਕ ਮੋਟਿਵ ਆ, ਹੋਰ ਤਾਂ ਕੋਈ ਬਹੁਤਾ ਤਾਂ ਹੁੰਦਾ ਨਹੀਂ ਜੀ। ਹਾਂਜੀ, ਥੈਂਕ ਯੂ ਭਾਈ ਸਾਹਿਬ ਤੁਹਾਡੇ ਇੰਨੇ ਸੋਹਣੇ ਆ ਸ਼ਬਦਾਂ ਲਈ, ਕਿ ਮੈਨੂੰ ਲੱਗਦਾ ਕਿ ਵਾਕਿਆ ਜਿਹੜੀ ਕਮਿਊਨਿਟੀ ਵਾਲੀ ਜਿਹੜੀ ਸੈਂਸ ਹੈ ਸਾਰਿਆਂ 'ਚ ਹੋਣੀ ਚਾਹੀਦੀ, ਕਿ ਸਪੈਸ਼ਲੀ ਜਦੋਂ ਬਾਹਰ ਆਣ ਕੇ ਪੰਜਾਬ ਤੋਂ ਇੱਥੇ ਆਣ ਕੇ ਤੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਨਹੀਂ ਕਰੋਗੇ ਜਾਂ ਅੱਗੇ ਨਹੀਂ ਹੱਥ ਵਧਾਓਗੇ, ਤੇ ਫਿਰ ਉਹ ਸਾਡੀ ਪੰਜਾਬੀਅਤ ਜਾਂ ਸਾਡੇ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਵਾ ਸਾਡੇ ਪਿੱਛੇ, ਫਿਰ ਉਹਨਾਂ ਦਾ ਕੋਈ ਇੰਨਾ ਫਾਇਦਾ ਨਹੀਂ। ਹਾਂਜੀ ਤੇ ਹਾਂਜੀ, ਵਾਕਈ ਬਹੁਤ ਸਾਰੇ ਕਾਬਲੇ ਤਾਰੀਫ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕਿਤੇ ਚੰਗਾ ਮਾੜਾ ਸਭ ਤਰ੍ਹਾਂ ਦਾ ਜਿਹੜਾ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਸਾਰੇ ਨੂੰ ਆਪਾਂ ਨਹੀਂ ਚੰਗੇ ਲੱਗ ਸਕਦੇ, ਸਾਰੇ ਆਪਾਂ ਨੂੰ ਨਹੀਂ ਚੰਗੇ ਲੱਗ ਸਕਦੇ, ਪਰ ਇਹ ਇੱਕ ਸਾਰਾ ਪਰਿਵਾਰ ਆ, ਕਿਤੇ ਚੰਗੇ ਮਾੜੇ ਸਭ ਇੱਕੋ ਜਿਹੇ ਚੱਲਦੇ ਨੇ, ਤੇ ਸਾਰਿਆਂ ਨੂੰ ਇੱਕ ਦੂਜੇ ਨਾਲ ਰਲ ਕੇ ਅੱਗੇ ਹੱਥ ਵਧਾਉਣਾ ਚਾਹੀਦਾ ਜ਼ਰੂਰ। ਬਹੁਤ ਵਧੀਆ ਭਾਈ ਸਾਹਿਬ, ਹੁਣ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਲੈ ਕੇ ਜਾਈਏ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਇੰਨੇ ਕੀਮਤੀ ਟਾਈਮ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਤੇ ਮੈਨੂੰ ਵੀ ਲੱਗਦਾ ਕਿ ਜਿਹੜੇ ਸਾਡੇ ਸਰੋਤੇ ਆ, ਜਿਹੜੇ ਸਾਨੂੰ ਸੁਣ ਰਹੇ ਆ, ਕਿ ਉਹਨਾਂ ਨੂੰ ਸਾਡੇ ਜਿਹੜੇ ਗਰੇਵਾਲ ਪ੍ਰੋਡਕਟਸ ਬਾਰੇ ਪੂਰੀ ਅਸੀਂ ਉਹ ਭਾਈ ਸਾਹਿਬ ਨੇ ਬਹੁਤ ਸੋਹਣੇ ਤਰੀਕੇ ਨਾਲ ਐਕਸਪਲੇਨ ਕਰਤਾ। ਪਰ ਫਿਰ ਵੀ ਜੇ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਤੇ ਤੁਸੀਂ ਪਲੀਜ਼ ਸਾਨੂੰ ਕਮੈਂਟਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ। ਤੇ ਤੁਹਾਡਾ ਸਾਰਿਆਂ ਦਾ, ਸਾਡੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਭੈਣ ਜੀ, ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।